प्यारे बच्चों, सत श्री अकाल। ਅੱਜ ਬੇਟਾ ਆਪਾਂ ਆਪਣੇ ਇਸ ਲੈਕਚਰ ਦੇ ਵਿੱਚ ਚਿੱਠੀ ਪੱਤਰ ਬਾਰੇ ਗੱਲ ਕਰਾਂਗੇ। ਚਿੱਠੀ ਪੱਤਰ ਇੱਕ ਬਹੁਤ ਹੀ ਮਹੱਤਵਪੂਰਨ ਆਪਣੇ ਵਿਸ਼ੇ ਦਾ ਪਾਠਕ੍ਰਮ ਦਾ ਹਿੱਸਾ ਹੈ। ਇਹ ਬੇਟਾ ਇੱਕ ਕਲਾ ਹੈ। ਚਿੱਠੀਆਂ ਜਿਹੜੀਆਂ ਉਹਨਾਂ ਦਾ ਸ਼ੁਰੂ ਤੋਂ ਹੀ ਮਨੁੱਖੀ ਜੀਵਨ ਦੇ ਵਿੱਚ ਮਹੱਤਵ ਰਿਹਾ। ਵਿਦਿਆਰਥੀ ਜੀਵਨ ਦੇ ਵਿੱਚ ਇਹ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ, ਕਿਉਂਕਿ ਵਿਦਿਆਰਥੀਆਂ ਨੇ ਆਪਣੀ ਆਗਾਮੀ ਜ਼ਿੰਦਗੀ ਦੇ ਵਿੱਚ ਪੇਸ਼ ਆਉਂਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੁੰਦਾ ਹੈ। ਆਪਣੇ ਕੰਮਕਾਰ ਸ਼ੁਰੂ ਕਰਨੇ ਹੁੰਦੇ ਨੇ, ਕੋਈ ਵਪਾਰ ਕਰਨਾ ਹੈ, ਕਿਸੇ ਸਮੱਸਿਆ ਦੇ ਕਾਰਨ ਦਫ਼ਤਰਾਂ ਦੇ ਵਿੱਚ ਕੋਈ ਚਿੱਠੀ ਪੱਤਰ ਹੈ ਜਿਹੜਾ ਉਹ ਲਿਖਣਾ ਹੁੰਦਾ ਹੈ। ਤਾਂ ਇਸ ਦੇ ਲਈ ਇਹ ਚਿੱਠੀ ਪੱਤਰ ਹੈ ਜਿਹੜੇ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ। ਇਹ ਬੇਟਾ ਸਾਡੇ ਆਪਣੇ ਜਿਹੜਾ ਵੀ ਵਿਅਕਤੀ ਚਿੱਠੀ ਪੱਤਰ ਲਿਖਦਾ ਹੈ ਉਹਦੇ ਹੱਥ ਦੇ ਵਿੱਚ ਹੀ ਹੁੰਦਾ ਹੈ ਕਿ ਉਸ ਦੀ ਚਿੱਠੀ ਦਾ ਪ੍ਰਭਾਵ ਸਾਹਮਣੇ ਵਾਲੇ ਵਿਅਕਤੀ ਤੇ ਕਿਸ ਤਰ੍ਹਾਂ ਦਾ ਪੈਂਦਾ ਹੈ। ਜੇ ਅਸੀਂ ਆਪਣੇ ਵਿਚਾਰਾਂ ਨੂੰ ਬਹੁਤ ਵਧੀਆ ਤਰਤੀਬ ਦਿੱਤੀ ਹੈ, ਆਪਣੀ ਗੱਲ ਨੂੰ ਇਸ ਢੰਗ ਦੇ ਨਾਲ ਪੇਸ਼ ਕੀਤਾ ਹੈ ਕਿ ਸਾਹਮਣੇ ਵਾਲਾ ਉਸ ਦੇ ਨਾਲ ਸਹਿਮਤ ਹੁੰਦਾ ਹੈ, ਤਾਂ ਸਾਡੀ ਸਮੱਸਿਆ ਹੱਲ ਹੋ ਸਕਦੀ ਹੈ। ਜੋ ਕੁਝ ਵੀ ਅਸੀਂ ਕਹਿਣਾ ਚਾਹ ਰਹੇ ਹਾਂ ਆਪਣੇ ਪੱਤਰ ਦੇ ਵਿੱਚ, ਉਹਦੇ ਤੇ ਗੌਰ ਕੀਤਾ ਜਾ ਸਕਦਾ ਹੈ। ਇਹ ਚਿੱਠੀਆਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਲਿਖਦੇ ਹਾਂ। ਭਾਵੇਂ ਅੱਜ ਕੱਲ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਲਿਖਣ ਵਾਲੀਆਂ ਚਿੱਠੀਆਂ ਭਾਵ ਨਿੱਜੀ ਚਿੱਠੀਆਂ, ਇਹਨਾਂ ਦਾ ਮਹੱਤਵ ਥੋੜਾ ਜਿਹਾ ਘਟ ਗਿਆ, ਕਿਉਂਕਿ ਸੰਚਾਰ ਦੇ ਹੋਰ ਬਹੁਤ ਸਾਰੇ ਸਾਧਨ ਹੈ ਜਿਹੜੇ ਉਹ ਪ੍ਰਫੁੱਲਤ ਹੋ ਗਏ ਹੈ। ਅਸੀਂ ਜਲਦੀ ਹੀ ਟੈਲੀਫੋਨ ਤੇ ਗੱਲ ਕਰ ਲੈਂਦੇ ਹਾਂ ਤੇ ਆਪਣੀ ਗੱਲ ਹੈ ਜਿਹੜੀ ਉਹ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੰਦੇ ਹਾਂ। ਪਰ ਫਿਰ ਵੀ ਸਾਨੂੰ ਇਹ ਚਿੱਠੀ ਪੱਤਰ ਹੈ ਜਿਹੜੇ ਉਹ ਲਿਖਣ ਦੀ ਕਲਾ ਨੂੰ ਚੰਗੀ ਤਰ੍ਹਾਂ ਦੇ ਨਾਲ ਸਿੱਖਣਾ, ਸਮਝਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਹ ਚਿੱਠੀਆਂ ਜਿਹੜੀਆਂ ਨੇ ਉਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ, ਜਾਂ ਇਹ ਚਿੱਠੀਆਂ ਨੇ ਜਿਹੜੀਆਂ ਉਹ ਜਦੋਂ ਅਸੀਂ ਕੋਈ ਵਪਾਰ ਕਰਨਾ ਹੈ ਉਦੋਂ ਕਿਸੇ ਕੰਪਨੀ ਦੇ ਨਾਲ, ਕਿਸੇ ਫਰਮ ਦੇ ਨਾਲ ਵੀ ਗੱਲਬਾਤ ਇਹਨਾਂ ਚਿੱਠੀਆਂ ਦੇ ਰਾਹੀਂ ਹੁੰਦੀ ਹੈ। ਤਾਂ ਬੱਚਿਓ, ਸਭ ਤੋਂ ਜ਼ਰੂਰੀ ਇਹ ਹੈ ਕਿ ਜਦੋਂ ਵੀ ਅਸੀਂ ਚਿੱਠੀ ਲਿਖਦੇ ਹਾਂ ਉਦੋਂ ਅਸੀਂ ਉਸ ਦੀ ਭਾਸ਼ਾ ਨੂੰ ਸਰਲ ਤੇ ਸੌਖਾ ਰੱਖੀਏ, ਤਾਂ ਜੋ ਸਾਹਮਣੇ ਵਾਲਾ ਉਸ ਚਿੱਠੀ ਨੂੰ ਆਸਾਨੀ ਦੇ ਨਾਲ ਸਮਝ ਸਕੇ। ਦੂਸਰਾ, ਜਿਹੜੀ ਚਿੱਠੀ ਲਿਖੀ ਜਾਂਦੀ ਹੈ ਉਸ ਦੇ ਵਿੱਚ ਕਿਸੇ ਕਿਸਮ ਦੀ ਕਟਾਵਟੀ ਨਹੀਂ ਹੋਣੀ ਚਾਹੀਦੀ। ਆਪਣੀ ਗੱਲ ਜੋ ਵੀ ਅਸੀਂ ਪੇਸ਼ ਕਰਨੀ ਚਾਹੁੰਦੇ ਹਾਂ ਉਸ ਨੂੰ ਅਸੀਂ ਪੈਰਿਆਂ ਦੇ ਵਿੱਚ ਲਿਖੀਏ। ਜੇ ਸਾਡੇ ਵਿਚਾਰ, ਸਾਡੀਆਂ ਗੱਲਾਂ ਜ਼ਿਆਦਾ ਨੇ ਤਾਂ ਜਿੱਥੇ ਇੱਕ ਵਿਚਾਰ ਖਤਮ ਹੁੰਦਾ ਹੈ ਉੱਥੇ ਅਸੀਂ ਇੱਕ ਪੈਰਾ ਖਤਮ ਕਰੀਏ, ਅਗਲਾ ਵਿਚਾਰ ਅਸੀਂ ਅਗਲੇ ਪੈਰੇ ਤੋਂ ਸ਼ੁਰੂ ਕਰੀਏ। ਉਹਦੇ ਨਾਲ ਇੱਕ ਤਰਤੀਬ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਤੇ ਉਹਦਾ ਪ੍ਰਭਾਵ ਹੈ ਜਿਹੜਾ ਉਹ ਵਧੇਰੇ ਹੁੰਦਾ। ਇਸ ਤੋਂ ਇਲਾਵਾ ਚਿੱਠੀ ਪੱਤਰ ਲਿਖਦੇ ਸਮੇਂ ਸਾਨੂੰ ਆਲੇ ਦੁਆਲੇ ਛੱਡਿਆ ਹੋਇਆ ਹਾਸ਼ੀਆ ਹੈ ਜਿਹੜਾ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਜੇਕਰ ਅਸੀਂ ਸ਼ਬਦ ਜੋੜਾਂ ਦੀਆਂ ਗਲਤੀਆਂ ਨਾ ਕਰੀਏ ਤਾਂ ਹੀ ਸਾਡੀ ਲਿਖਤ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ, ਕਿਉਂਕਿ ਪੜ੍ਹਦੇ ਸਮੇਂ ਸ਼ਬਦ ਜੋੜਾਂ ਦੀਆਂ ਗਲਤੀਆਂ ਨੇ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਅੱਖਰ ਦੀਆਂ ਨੇ, ਉਹ ਚੰਗੀਆਂ ਨਹੀਂ ਲੱਗਦੀਆਂ। ਇਸ ਲਈ ਇਹ ਜਿਹੜਾ ਚਿੱਠੀ ਪੱਤਰ ਹੈ ਇਹ ਬਹੁਤ ਜ਼ਿਆਦਾ ਅਭਿਆਸ ਦੀ ਮੰਗ ਕਰਦਾ ਹੈ। ਬੱਚਿਓ, ਇਹ ਚਿੱਠੀ ਪੱਤਰ ਹੈ ਜਿਹੜੇ ਜੋ ਵੀ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਹੁੰਦੇ ਹੈ ਉਹਨਾਂ ਨੂੰ ਯਾਦ ਕਰਨਾ ਅਸਲ ਦੇ ਵਿੱਚ ਸਹੀ ਤਰੀਕਾ ਨਹੀਂ। ਸਹੀ ਤਰੀਕਾ ਇਹ ਹੈ ਕਿ ਅਸੀਂ ਇਹ ਸਮਝੀਏ ਕਿ ਚਿੱਠੀ ਪੱਤਰ ਹੈ ਜਿਹੜੇ ਉਹ ਲਿਖੇ ਕਿਵੇਂ ਜਾਂਦੇ ਹੈ, ਤਾਂ ਜੋ ਕੋਈ ਵੀ ਚਿੱਠੀ ਹੈ ਜਿਹੜੀ ਸਾਨੂੰ ਪ੍ਰੀਖਿਆ ਦੇ ਵਿੱਚ ਆਵੇ, ਸਾਨੂੰ ਕੋਈ ਵੀ ਉਹਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾਵੇ, ਸਿਰਲੇਖ ਭਾਵੇਂ ਕੋਈ ਵੀ ਹੋਵੇ, ਅਸੀਂ ਇੰਨੇ ਜ਼ਿਆਦਾ ਨਿਪੁੰਨ ਹੋ ਜਾਈਏ
कि अपने विचारां दा प्रगटा अपने आप ही बहुत वधिया ढंग दे नाल कर सकीए। ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਨੁਕਤੇ ਹੈ ਜਿਹੜੇ ਉਹਨਾਂ ਨੂੰ ਧਿਆਨ ਵਿੱਚ ਰੱਖੀਏ। ਇਹਦੇ ਵਿੱਚ ਸਭ ਤੋਂ ਪਹਿਲਾਂ ਬੇਟਾ ਜਿਹੜਾ ਚਿੱਠੀ ਪੱਤਰ ਹੈ ਉਹਦਾ ਆਰੰਭਿਕ ਹਿੱਸਾ ਹੁੰਦਾ ਹੈ, ਪਹਿਲਾ ਭਾਗ। ਉਹਦੇ ਵਿੱਚ ਅਸੀਂ ਆਪਣਾ ਪਤਾ ਲਿਖਦੇ ਹਾਂ। ਇਹ ਪਤਾ ਹੈ ਜਿਹੜਾ ਉਹ ਸੱਜੇ ਹੱਥ ਲਿਖਿਆ ਜਾਂਦਾ ਹੈ। ਇਹ ਪਤਾ ਸਾਨੂੰ ਸਿਰਲੇਖ ਦੇ ਵਿੱਚ ਦਿੱਤਾ ਵੀ ਹੋ ਸਕਦਾ ਹੈ। ਜੇ ਸਾਨੂੰ ਸਿਰਲੇਖ ਦੇ ਵਿੱਚ ਪਤਾ ਦਿੱਤਾ ਹੈ ਕਿ ਮੰਨ ਲਓ ਤੁਸੀਂ ਇਹ ਵਿਅਕਤੀ ਹੋ, ਇੱਥੇ ਰਹਿੰਦੇ ਹੋ, ਤਾਂ ਨਿਸ਼ਚੈ ਹੀ ਅਸੀਂ ਉਹ ਪਤਾ ਹੀ ਲਿਖਾਂਗੇ। ਨਹੀਂ ਤਾਂ ਅਸੀਂ ਆਪਣੇ ਵੱਲੋਂ ਕਾਲਪਨਿਕ ਕੋਈ ਵੀ ਪਤਾ ਹੈ ਜਿਹੜਾ ਉਹ ਉੱਪਰ ਸੱਜੇ ਹੱਥ ਲਿਖ ਸਕਦੇ ਹਾਂ। ਇਹ ਯਾਦ ਰਵੇ ਕਿ ਪ੍ਰੀਖਿਆ ਦੇ ਵਿੱਚ ਇਹ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਆਪਣਾ ਅਸਲ ਪਤਾ ਨਹੀਂ ਲਿਖਣਾ, ਕਿਉਂਕਿ ਕੋਈ ਵੀ ਅਸੀਂ ਅਜਿਹਾ ਚਿੰਨ੍ਹ ਹੈ ਜਿਹੜਾ ਉਹ ਪੇਪਰ ਤੇ ਨਹੀਂ ਛੱਡ ਸਕਦੇ ਜਿਹੜਾ ਕਿ ਸਾਡੀ ਪਛਾਣ ਨੂੰ ਜ਼ਾਹਿਰ ਕਰੇ। ਇਸ ਲਈ ਸਾਡਾ ਜਿਹੜਾ ਇਹ ਪਤਾ ਹੋਵੇਗਾ ਉਹ ਬੱਚਿਓ ਹਮੇਸ਼ਾ ਕਾਲਪਨਿਕ ਹੀ ਹੋਣਾ ਚਾਹੀਦਾ। ਤਾਂ ਵਧੇਰੇ ਕਰਕੇ ਅਸੀਂ ਪ੍ਰੀਖਿਆ ਭਵਨ, ਸ਼ਹਿਰ, ਉਸ ਤੋਂ ਬਾਅਦ ਅਸੀਂ ਮਿਤੀ ਲਿਖ ਦਿੰਦੇ ਹਾਂ, ਕਿਉਂਕਿ ਇਹ ਸਾਂਝਾ ਜਿਹਾ ਪਤਾ ਹੈ। ਹਰ ਵਿਅਕਤੀ ਹੈ ਜਿਹੜਾ ਉਹ ਪ੍ਰੀਖਿਆ ਦੇ ਨੁਕਤੇ ਤੋਂ ਜਦੋਂ ਇਹ ਚਿੱਠੀਆਂ ਜਿਹੜੀਆਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਪਤਾ ਸਾਂਝਾ ਹੋਣ ਕਰਕੇ ਯਾਦ ਰੱਖਣਾ ਸੌਖਾ ਹੋ ਜਾਂਦਾ ਹੈ। ਇਸ ਪਤੇ ਤੋਂ ਬਾਅਦ ਹੀ ਬੇਟਾ ਸੱਜੇ ਹੱਥ ਹੀ ਅਸੀਂ ਮਿਤੀ ਲਿਖਦੇ ਹਾਂ। ਮਿਤੀ ਹੈ ਜਿਹੜੀ ਉਹ ਵੀ ਚਿੱਠੀ ਪੱਤਰ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਮਿਤੀ ਦੇ ਵਿੱਚ ਅਸੀਂ ਜਿੰਨੀ ਵੀ ਤਰੀਕ ਹੈ ਉਹ ਲਿਖ ਕੇ ਉਸ ਤੋਂ ਬਾਅਦ ਮਹੀਨਾ ਲਿਖਣਾ ਹੁੰਦਾ ਹੈ। ਤਾਂ ਇਹ ਮਹੀਨਾ ਪੰਜਾਬੀ ਦੇ ਵਿੱਚ ਲਿਖਿਆ ਜਾਣਾ ਚਾਹੀਦਾ। ਇਹ ਨਹੀਂ ਕਿ ਅਸੀਂ ਮਹੀਨੇ ਦਾ ਸਿਰਫ ਨੰਬਰ ਪਾ ਦੇਈਏ। ਇਹ ਬਹੁਤ ਹੀ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਲਿਖੀ ਹੋਈ ਮਿਤੀ ਹੈ ਜਿਹੜੀ ਉਹ ਸਾਡੀ ਸ਼ਖਸੀਅਤ ਨੂੰ ਦਰਸਾਉਂਦੀ ਹੈ। ਆਮ ਕਰਕੇ ਵਿਦਿਆਰਥੀ ਹੈ ਜਿਹੜੇ ਉਹ ਮਿਤੀ ਦੇ ਤੋਂ ਬਾਅਦ ਜਿਹੜਾ ਮਹੀਨਾ ਹੈ ਉਹਦਾ ਨੰਬਰ ਪਾ ਕੇ ਜਾਂ ਸਾਲ ਦਾ ਨੰਬਰ ਪਾ ਕੇ ਵਿਚਕਾਰ ਟੇਢੀਆਂ ਲਾਈਨਾਂ ਲਾ ਦਿੰਦੇ ਹੈ। ਤਾਂ ਇਸ ਤਰ੍ਹਾਂ ਨਾਲ ਲਿਖੀ ਹੋਈ ਮਿਤੀ ਹੈ ਜਿਹੜੀ ਉਹ ਚੰਗੀ ਨਹੀਂ ਲੱਗਦੀ। ਤਾਂ ਇਹ ਮੁੱਢਲਾ ਸੱਜੇ ਹੱਥ ਲਿਖਿਆ ਜਾਣ ਵਾਲਾ ਸਾਰੇ ਦਾ ਸਾਰਾ ਵੇਰਵਾ ਹੈ। ਉਸ ਤੋਂ ਬਾਅਦ ਬੇਟਾ ਖੱਬੇ ਹੱਥ ਅਸੀਂ ਸੰਬੋਧਨੀ ਸ਼ਬਦ ਲਿਖਦੇ ਹਾਂ। ਸੰਬੋਧਨੀ ਸ਼ਬਦ ਨੇ ਕਿ ਅਸੀਂ ਸੰਬੋਧਨ ਕਰ ਰਹੇ ਹਾਂ ਸਾਹਮਣੇ ਵਾਲੇ ਨੂੰ ਜਿਸ ਨੂੰ ਅਸੀਂ ਚਿੱਠੀ ਲਿਖਣੀ ਹੈ। ਤਾਂ ਇਹ ਸੰਬੋਧਨੀ ਸ਼ਬਦ ਹੈ ਜਿਹੜੇ ਇਹ ਵੀ ਸਿਰਲੇਖ ਨਾਲ ਸੰਬੰਧਿਤ ਹੋਣਗੇ। ਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ, ਆਪਣੇ ਤੋਂ ਵੱਡੇ ਨੂੰ ਪੱਤਰ ਲਿਖ ਰਹੇ ਹਾਂ ਤਾਂ ਅਸੀਂ ਸਤਿਕਾਰਯੋਗ ਚਾਚਾ ਜੀ, ਮਾਮਾ ਜੀ, ਮਾਤਾ ਜੀ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਤੇ ਉਸੇ ਤਰ੍ਹਾਂ ਅਸੀਂ ਸ਼ਿਸ਼ਟਾਚਾਰ ਵਜੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਾਂ ਨਮਸਤੇ ਇਹ ਸ਼ਬਦ ਲਿਖਦੇ ਹਾਂ। ਜੇਕਰ ਅਸੀਂ ਦੋਸਤ ਜਾਂ ਮਿੱਤਰ ਨਾਲ ਗੱਲ ਕਰ ਰਹੇ ਹਾਂ ਤਾਂ ਪਿਆਰੇ ਮਿੱਤਰ, ਨਿੱਕੀਆਂ ਯਾਦਾਂ, ਮਿੱਠੀਆਂ ਯਾਦਾਂ, ਬਹੁਤ ਬਹੁਤ ਪਿਆਰ, ਤਾਂ ਸਤਿ ਸ੍ਰੀ ਅਕਾਲ ਜਾਂ ਨਮਸਤੇ ਦੀ ਜਗ੍ਹਾ ਇਹ ਵੀ ਲਿਖਿਆ ਜਾ ਸਕਦਾ ਹੈ। ਤਾਂ ਇੱਥੇ ਤੱਕ ਬੇਟਾ ਇਹ ਸਾਡਾ ਪੱਤਰ ਦਾ ਆਰੰਭਿਕ ਹਿੱਸਾ ਹੈ, ਪਹਿਲਾ ਮੁੱਢਲਾ ਹਿੱਸਾ ਹੈ। ਇਹ ਪੱਤਰ ਦੇ ਵਿੱਚ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਇਸ ਦਾ ਵਿਚਕਾਰਲਾ ਹਿੱਸਾ। ਆਮ ਤੌਰ ਤੇ ਵਿਦਿਆਰਥੀ ਹੈ ਜਿਹੜੇ ਉਹ ਵਿਚਕਾਰਲੇ ਹਿੱਸੇ ਤੇ ਜ਼ਿਆਦਾ ਆਪਣਾ ਧਿਆਨ ਕੇਂਦਰਿਤ ਕਰਦੇ ਹੈ। ਜਿਹੜਾ ਪਹਿਲਾਂ ਵਾਲਾ ਹਿੱਸਾ ਹੈ ਉਸ ਨੂੰ ਇੰਨਾ ਮਹੱਤਵ ਨਹੀਂ ਦਿੱਤਾ ਜਾਂਦਾ, ਪਰ ਇਹ ਉਨਾ ਹੀ ਮਹੱਤਵਪੂਰਨ ਹੈ। ਇਹਦੇ ਵੀ ਪ੍ਰੀਖਿਆ ਦੇ ਵਿੱਚ ਉਨੇ ਹੀ ਰਾਖਵੇਂ ਨੰਬਰ ਹੁੰਦੇ ਨੇ। ਉਹ ਰਾਖਵੇਂ ਨੰਬਰ ਹੈ ਜਿਹੜੇ ਉਹ ਲੈਣੇ ਬਹੁਤ ਹੀ ਸੌਖੇ ਹੈ, ਕਿਉਂਕਿ ਅਸੀਂ ਸਿਰਫ ਇਹਦੇ ਵਿੱਚ ਆਪਣਾ ਪਤਾ, ਮਿਤੀ ਤੇ ਸੰਬੋਧਨੀ ਸ਼ਬਦ ਹੈ ਜਿਹੜੇ ਇਹਨਾਂ ਦੀ ਹੀ ਵਰਤੋਂ ਕਰਨੀ ਹੈ। ਯਾਦ ਕਰਨੇ ਸੌਖੇ ਨੇ, ਪਰ ਇਹਦੇ ਵਿੱਚ ਜਿਹੜੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਹੈ ਉਹ ਹੈ ਕਿ ਅਸੀਂ ਬਿੰਦੀ ਜਾਂ ਕੌਮਾ ਜਾਂ ਡੰਡੀ ਇਹ ਕਿੱਥੇ ਪਾਉਣੀ ਹੈ, ਇਸ ਗੱਲ ਦਾ ਧਿਆਨ ਰੱਖਣਾ।
ਜਿਵੇਂ ਅਸੀਂ ਜਦੋਂ ਮਿਤੀ ਲਿਖਦੇ ਹਾਂ, ਸਾਲ ਲਿਖਣ ਤੋਂ ਬਾਅਦ ਅਸੀਂ ਡੰਡੀ ਨਹੀਂ ਲਾਉਂਦੇ। ਉਹਦਾ ਕਾਰਨ ਇਹ ਹੈ ਕਿ ਉਹ ਆਮ ਤੌਰ ਤੇ ਇਉਂ ਲੱਗਦਾ ਹੈ ਜਿਵੇਂ ਇੱਕ ਲਿਖਿਆ ਹੋਵੇ, ਉੱਥੇ ਅਸੀਂ ਬਿੰਦੀ ਵੀ ਪਾ ਸਕਦੇ ਹਾਂ। ਤਾਂ ਕੁਝ ਸ਼ਬਦ ਹੈ ਜਿਨ੍ਹਾਂ ਦੇ ਪਿੱਛੇ, ਜਿਵੇਂ ਸੰਬੋਧਨੀ ਸ਼ਬਦ ਨੇ, ਪਿਆਰੇ ਚਾਚਾ ਜੀ, ਪਿਆਰੇ ਮਿੱਤਰ, ਉੱਥੇ ਅਸੀਂ ਕੌਮਾ ਪਾਉਣਾ। ਜੇ ਅਸੀਂ ਸ਼ਿਸ਼ਟਾਚਾਰ ਵਜੋਂ ਸ਼ਬਦ ਵਰਤਦੇ ਹਾਂ, ਨਮਸਤੇ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ, ਤਾਂ ਇਸ ਤਰ੍ਹਾਂ ਦੇ ਸ਼ਬਦਾਂ ਤੋਂ ਬਾਅਦ ਅਸੀਂ ਡੰਡੀ ਦੀ ਵਰਤੋਂ ਕਰਦੇ ਹਾਂ। ਤਾਂ ਇਹ ਬੇਟਾ ਆਰੰਭਿਕ ਹਿੱਸਾ ਹੈ ਜਿਹੜਾ, ਉਸ ਤੋਂ ਬਾਅਦ ਦੂਸਰਾ ਭਾਗ ਸ਼ੁਰੂ ਹੁੰਦਾ ਹੈ, ਵਿਚਕਾਰਲਾ ਹਿੱਸਾ। ਵਿਚਕਾਰਲਾ ਹਿੱਸਾ ਹੈ ਜਿਹੜਾ, ਉਹ ਪੜ੍ਹਨ ਵਾਲੇ ਦਾ ਜ਼ਿਆਦਾ ਧਿਆਨ ਖਿੱਚਦਾ ਹੈ, ਕਿਉਂਕਿ ਆਕਾਰ ਦੇ ਵਿੱਚ ਉਹ ਲੰਬਾ ਹੁੰਦਾ ਹੈ। ਉਹਦੇ ਵਿੱਚ ਹੀ ਅਸੀਂ ਆਪਣੀ ਸਾਰੀ ਗੱਲ ਹੈ ਜਿਹੜੀ ਉਹ ਕਹਿਣੀ ਹੈ, ਸਾਹਮਣੇ ਵਾਲੇ ਤੱਕ ਪਹੁੰਚਾਉਣੀ ਹੈ। ਜੇ ਸਾਡੀ ਕੋਈ ਮੰਗ ਹੈ ਤਾਂ ਅਸੀਂ ਉਹਨੂੰ ਕਿਸ ਢੰਗ ਦੇ ਨਾਲ ਪੇਸ਼ ਕਰਦੇ ਹਾਂ ਕਿ ਸਾਹਮਣੇ ਵਾਲਾ ਸਾਡੀ ਮੰਗ ਦੇ ਨਾਲ ਸਹਿਮਤ ਹੋ ਸਕੇ। ਕੋਈ ਸਲਾਹ ਹੈ ਅਸੀਂ ਆਪਣੇ ਮਿੱਤਰ ਨੂੰ ਪਹੁੰਚਾਉਣੀ ਹੈ, ਕਿਸ ਢੰਗ ਦੇ ਨਾਲ ਪਹੁੰਚਾਉਣੀ ਹੈ ਕਿ ਸਾਡਾ ਮਿੱਤਰ ਹੈ ਜਿਹੜਾ, ਉਹ ਸਾਡੇ ਨਾਲ ਸਹਿਮਤ ਹੋ ਜਾਵੇ, ਸਾਡੀ ਸਲਾਹ ਨੂੰ ਮੰਨੇ। ਜਾਂ ਕੋਈ ਆਪਣੀ ਹੋਰ ਸਮੱਸਿਆ ਹੈ ਜਿਹੜੀ, ਉਹ ਕਿਸੇ ਦਫ਼ਤਰ ਤੱਕ ਲੈ ਕੇ ਜਾਣੀ ਹੈ, ਤਾਂ ਉੱਥੇ ਸਾਡੀ ਸਮੱਸਿਆ ਨੂੰ ਪੜ੍ਹਨ ਵਾਲਾ ਵਿਅਕਤੀ ਹੈ ਜਿਹੜਾ, ਉਹ ਸਾਡੇ ਸ਼ਬਦਾਂ ਤੋਂ, ਸਾਡੀ ਭਾਵਨਾ ਤੋਂ ਪ੍ਰਭਾਵਿਤ ਹੋਵੇ। ਤਾਂ ਇਸ ਲਈ ਇਹ ਜਿਹੜਾ ਦੂਸਰਾ ਹਿੱਸਾ ਹੈ, ਜਿਹਨੂੰ ਅਸੀਂ ਮੱਧ ਵਾਲਾ ਭਾਗ ਕਹਿੰਦੇ ਹਾਂ, ਉਹ ਵਿਸ਼ੇਸ਼ ਧਿਆਨ ਦੇ ਨਾਲ, ਅਭਿਆਸ ਦੇ ਨਾਲ, ਚੰਗੀ ਤਰ੍ਹਾਂ ਦੇ ਨਾਲ, ਇਸ ਤੇ ਮਿਹਨਤ ਕਰਕੇ ਇਸ ਨੂੰ ਲਿਖਣਾ ਚਾਹੀਦਾ। ਇਹਦੇ ਵਿੱਚ ਬੇਟਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੋਈ ਹੈ ਕਿ ਇੱਕ ਗੱਲ ਹੈ ਜਿਹੜੀ, ਉਹਨੂੰ ਇੱਕ ਪੈਰੇ 'ਚ ਲਿਖਣਾ ਹੈ, ਉਹ ਗੱਲ ਖਤਮ ਹੋ ਗਈ ਤਾਂ ਅਸੀਂ ਅਗਲਾ ਪੈਰਾ ਹੈ ਜਿਹੜਾ, ਉਹ ਸ਼ੁਰੂ ਕਰਾਂਗੇ। ਤਾਂ ਇਹਦੇ ਵਿੱਚ ਉਹੀ ਗੱਲਾਂ ਧਿਆਨ ਰੱਖਣੀਆਂ ਨੇ ਕਿ ਅਸੀਂ ਸ਼ਬਦ ਜੋੜ, ਵਿਸ਼ਰਾਮ ਚਿੰਨ੍ਹ ਵੱਲ ਧਿਆਨ ਦੇਣਾ ਹੈ, ਬਹੁਤ ਜ਼ਿਆਦਾ ਬੇਲੋੜਾ ਵਿਸਥਾਰ ਨਹੀਂ ਦੇਣਾ। ਇਹ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਭਾਵਨਾ ਨੂੰ ਪੇਸ਼ ਕਰਨਾ ਹੈ। ਜੇਕਰ ਕੋਈ ਗੰਭੀਰ ਗੱਲ ਹੋ ਰਹੀ ਹੈ ਤਾਂ ਉਸ ਦੇ ਵਿੱਚ ਕੋਈ ਵਿਅੰਗ ਜਾਂ ਕੋਈ ਮਜ਼ਾਕ, ਉਸ ਤਰ੍ਹਾਂ ਦੀ ਗੱਲ ਜਾਂ ਉਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਅਸੀਂ ਨਹੀਂ ਕਰਨੀ। ਜੇ ਅਸੀਂ ਕਿਸੇ ਦੋਸਤ, ਮਿੱਤਰ, ਰਿਸ਼ਤੇਦਾਰ ਦੇ ਨਾਲ ਗੱਲ ਕਰ ਰਹੇ ਹਾਂ, ਉਹਨੂੰ ਪੱਤਰ ਲਿਖ ਰਹੇ ਹਾਂ, ਤਾਂ ਉਹਦੇ ਵਿੱਚ ਥੋੜੀ ਬਹੁਤ ਆਪਣੱਤ ਨਾਲ ਅਸੀਂ ਗੱਲ ਕਰਾਂਗੇ। ਪਰ ਜੇ ਕਿਸੇ ਅਫਸਰ ਨੂੰ ਅਸੀਂ ਕਿਸੇ ਦਫ਼ਤਰ ਦੇ ਵਿੱਚ ਪੱਤਰ ਲਿਖ ਰਹੇ ਹਾਂ, ਤਾਂ ਉਸ ਦੇ ਵਿੱਚ ਪੱਤਰ ਹੈ ਜਿਹੜਾ, ਉਹ ਬਿਲਕੁਲ ਹੀ ਵਿਸ਼ੇ ਦੇ ਨਾਲ ਸੰਬੰਧਿਤ ਹੋਵੇ, ਉਹਦੇ ਵਿੱਚ ਬੇਲੋੜਾ ਵਿਸਥਾਰ ਬਿਲਕੁਲ ਵੀ ਨਾ ਹੋਵੇ। ਤਾਂ ਇਸ ਬੇਟਾ ਮੱਧ ਵਾਲੇ ਭਾਗ ਤੋਂ ਬਾਅਦ ਅੰਤਿਮ ਭਾਗ ਆਉਂਦਾ ਹੈ। ਅੰਤਿਮ ਭਾਗ ਹੈ ਜਿਹੜਾ, ਉਸ ਦੇ ਵਿੱਚ ਅਸੀਂ ਬਹੁਤ ਹੀ ਆਪਣੇ ਵੱਲੋਂ ਸ਼ਿਸ਼ਟਾਚਾਰ ਦੇ ਨਾਲ ਪੱਤਰ ਨੂੰ ਖਤਮ ਕਰਨਾ। ਇੱਕਦਮ ਪੱਤਰ ਹੈ ਜਿਹੜਾ, ਉਹ ਖਤਮ ਨਹੀਂ ਕਰਨਾ। ਜਿਵੇਂ ਅਸੀਂ ਆਪਣੇ ਰਿਸ਼ਤੇਦਾਰ ਤੋਂ ਉਹਦੇ ਘਰ ਜਾਂਦੇ ਹਾਂ, ਅਖੀਰ ਤੇ ਅਸੀਂ ਉਸ ਤੋਂ ਵਿਦਾ ਲੈਂਦੇ ਹਾਂ, ਤਾਂ ਪੱਤਰ ਹੈ ਜਿਹੜਾ, ਉਹ ਵੀ ਉਸੇ ਢੰਗ ਦੇ ਨਾਲ ਹੀ ਪੱਤਰ ਲਿਖਦੇ ਹੋਏ ਵਿਦਾ ਲੈਣੀ ਹੈ। ਭਾਵ ਜੇ ਅਸੀਂ ਉਸ ਪਰਿਵਾਰ ਦੇ ਵਿੱਚ ਹੋਰ ਮੈਂਬਰ ਹੈਗੇ ਨੇ ਤਾਂ ਉਹਨਾਂ ਨੂੰ, ਛੋਟਿਆਂ ਨੂੰ ਪਿਆਰ ਕਹਿਣਾ ਹੈ, ਵੱਡਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ, ਫਿਰ ਆਪਣੇ ਰਿਸ਼ਤੇ ਦਾ ਵੇਰਵਾ ਦੇਣਾ ਹੈ ਕਿ ਤੁਹਾਡਾ ਭਤੀਜਾ, ਤੁਹਾਡਾ ਸਪੁੱਤਰ, ਤੁਹਾਡੀ ਭਤੀਜੀ, ਉਸ ਤੋਂ ਬਾਅਦ ਆਪਣਾ ਨਾਮ। ਜੇ ਅਸੀਂ ਕਿਸੇ ਦਫ਼ਤਰ ਦੇ ਵਿੱਚ ਪੱਤਰ ਲਿਖ ਰਹੇ ਹਾਂ ਤਾਂ ਉੱਥੇ ਅਸੀਂ ਤੁਹਾਡਾ ਵਿਸ਼ਵਾਸ ਪਾਤਰ, ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਹੈ, ਜਾਂ ਉਮੀਦ ਹੈ ਕਿ ਤੁਸੀਂ ਮੇਰੀ ਮੁਸ਼ਕਲ ਨੂੰ ਹੱਲ ਕਰੋਗੇ। ਇਸ ਤਰ੍ਹਾਂ ਦੀ ਗੱਲ ਕਰਨ ਤੋਂ ਬਾਅਦ ਫਿਰ ਅਸੀਂ ਵਿਦਾ ਲੈਣੀ ਹੈ। ਤਾਂ ਬੇਟਾ, ਜੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਸਾਡਾ ਪੱਤਰ ਹੈ ਜਿਹੜਾ, ਉਹ ਨਿਸ਼ਚੇ ਹੀ ਵਧੀਆ ਹੋਵੇਗਾ। ਪੱਤਰ ਦੇ ਬਾਹਰ ਅਸੀਂ ਜਿੱਥੇ ਪੱਤਰ ਭੇਜਣਾ ਹੈ, ਉੱਥੇ ਦਾ ਪਤਾ ਹੈ ਜਿਹੜਾ, ਉਹ ਲਿਖਦੇ ਹਾਂ। ਤਾਂ ਇਹ ਪਤਾ ਜੇ ਸਾਨੂੰ ਸਿਰਲੇਖ ਦੇ ਵਿੱਚ ਦਿੱਤਾ ਹੀ ਹੋਇਆ ਹੈ, ਤਾਂ ਉਹੀ ਪਤਾ ਅਸੀਂ ਇੱਕ ਬਕਸਾ ਬਣਾਵਾਂਗੇ, ਜਿਹਦੇ ਵਿੱਚ ਪਤਾ ਲਿਖ ਕੇ ਉਸ ਪਤੇ ਨੂੰ ਹੇਠਾਂ ਲਿਖ ਦੇਵਾਂਗੇ।
ਜੇਕਰ ਨਹੀਂ ਦਿੱਤਾ ਹੋਇਆ ਤਾਂ ਅਸੀਂ ਉਸੇ ਤਰ੍ਹਾਂ ਜਿਵੇਂ ਅੱਗੇ ਆਪਣਾ ਪਤਾ ਲਿਖਿਆ ਸੀ, ਕਾਲਪਨਿਕ ਪਤਾ ਹੈ ਜਿਹੜਾ ਉਹ ਹੇਠਾਂ ਲਿਖ ਦੇਵਾਂਗੇ। ਤਾਂ ਇਹ ਬੇਟਾ ਸਾਡਾ ਸਾਰੇ ਦਾ ਸਾਰਾ ਪੱਤਰ ਹੋ ਗਿਆ। ਪੱਤਰ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਿਆ ਕਿ ਪੱਤਰ ਕਿਵੇਂ ਲਿਖਣਾ ਹੈ। ਪੱਤਰ ਹੈ ਜਿਹੜੇ ਉਹ ਅਸੀਂ ਆਪਣੇ ਨਿੱਜੀ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਨੂੰ ਲਿਖਦੇ ਹਾਂ, ਜਾਂ ਅਸੀਂ ਦਫ਼ਤਰਾਂ ਦੇ ਵਿੱਚ ਲਿਖਦੇ ਹਾਂ, ਜਾਂ ਬੇਟਾ ਇਹ ਜਿਹੜੇ ਪੱਤਰ ਨੇ ਉਹ ਵਪਾਰ ਦੇ ਸਿਲਸਿਲੇ ਦੇ ਵਿੱਚ ਲਿਖੇ ਜਾਂਦੇ। ਆਮ ਤੌਰ ਤੇ ਅਸੀਂ ਪੱਤਰਾਂ ਦੇ ਇਹ 3 ਵਰਗ ਹੀ ਬਣਾਉਣੇ ਆ। ਇਹ ਪੱਤਰ ਹੈ ਬੇਟਾ ਆਪਣੇ ਮਿੱਤਰ ਜਾਂ ਸਹੇਲੀ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ ਲਈ ਪੱਤਰ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਉਸੇ ਤਰ੍ਹਾਂ ਨਾਲ ਪਹਿਲਾਂ ਅਸੀਂ ਆਪਣਾ ਪਤਾ ਲਿਖਾਂਗੇ, ਪ੍ਰੀਖਿਆ ਭਵਨ, ਸਕੂਲ, ਆਪਣੇ ਸਕੂਲ ਦਾ ਅਸੀਂ ਨਾਂ ਲਿਖਾਂਗੇ, ਡੰਡੀ। ਉਸ ਤੋਂ ਬਾਅਦ ਅਸੀਂ ਮਿਤੀ ਲਿਖਾਂਗੇ। ਮਿਤੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਮਹੀਨੇ ਦਾ ਪੂਰਾ ਨਾਂ, 24 ਅਪ੍ਰੈਲ, 2021। ਉਸ ਤੋਂ ਬਾਅਦ ਸੰਬੋਧਨੀ ਸ਼ਬਦ ਨੇ ਪਿਆਰੀ ਸਤਬੀਰ, ਸਤਿ ਸ੍ਰੀ ਅਕਾਲ, ਡੰਡੀ। ਤਾਂ ਇਹ ਬੇਟਾ ਇਹਦਾ ਪਹਿਲਾ ਹਿੱਸਾ ਸੀ। ਉਸ ਤੋਂ ਬਾਅਦ ਪੱਤਰ ਦਾ ਵਿਚਕਾਰਲਾ ਹਿੱਸਾ ਹੈ। ਬੜੀ ਲੰਮੀ ਉਡੀਕ ਤੋਂ ਬਾਅਦ ਤੇਰੀ ਚਿੱਠੀ ਮਿਲੀ ਹੈ। ਇੰਨੀ ਦੇਰ ਬਾਅਦ ਚਿੱਠੀ ਲਿਖਣ ਦਾ ਕਾਰਨ ਵੀ ਪਤਾ ਲੱਗਾ ਕਿ ਇਹਨਾਂ ਦਿਨਾਂ ਵਿੱਚ ਤੂੰ ਬਿਮਾਰ ਰਹੀ ਹੈ। ਇਹ ਪੜ੍ਹ ਕੇ ਮੈਨੂੰ ਬਹੁਤ ਅਫਸੋਸ ਹੋਇਆ। ਤੇਰੀ ਸਿਹਤ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੀ। ਮੈਂ ਤੈਨੂੰ ਕਈ ਵਾਰ ਲਿਖ ਚੁੱਕੀ ਹਾਂ ਕਿ ਤੂੰ ਆਪਣੀ ਸਿਹਤ ਵੱਲ ਪੂਰਾ ਧਿਆਨ ਦਿਆ ਕਰ। ਤੰਦਰੁਸਤ ਸਰੀਰ ਤੋਂ ਬਿਨਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ। ਪਿਛਲੀਆਂ ਛੁੱਟੀਆਂ ਵਿੱਚ ਜਦੋਂ ਮੈਂ ਪਿੰਡ ਆਈ ਸੀ ਉਸ ਸਮੇਂ ਵੀ ਤੂੰ ਬਿਲਕੁਲ ਕਿਤਾਬੀ ਕੀੜਾ ਹੀ ਬਣੀ ਰਹਿੰਦੀ ਸੀ। ਪੜ੍ਹਾਈ ਵੱਲ ਇੰਨਾ ਸਮਾਂ ਦੇਣ ਕਾਰਨ ਹੀ ਤੂੰ ਆਪਣੇ ਖਾਣ ਪੀਣ ਦੇ ਸਮੇਂ ਵੱਲ ਕੋਈ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਖੇਡਣ ਕੁੱਦਣ ਵਿੱਚ ਕੋਈ ਦਿਲਚਸਪੀ ਰੱਖਦੀ ਹੈ। ਪੜ੍ਹਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ, ਪਰੰਤੂ ਖੇਡਾਂ ਵੀ ਪੜ੍ਹਾਈ ਦਾ ਜ਼ਰੂਰੀ ਅੰਗ ਹਨ। ਇਸੇ ਲਈ ਤਾਂ ਸਿਹਤ ਅਤੇ ਸਰੀਰਕ ਸਿੱਖਿਆ ਇੱਕ ਵਿਸ਼ੇ ਦੇ ਤੌਰ ਤੇ ਸਾਡੇ ਪਾਠਕ੍ਰਮ ਦਾ ਜ਼ਰੂਰੀ ਹਿੱਸਾ ਬਣਾਇਆ ਗਿਆ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਿਹਤ ਠੀਕ ਰੱਖਣ ਲਈ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਵੇ। ਤੈਨੂੰ ਸ਼ਾਇਦ ਭੁਲੇਖਾ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਮਾਂ ਨਸ਼ਟ ਹੁੰਦਾ ਹੈ। ਇਸ ਤਰ੍ਹਾਂ ਸੋਚਣਾ ਗਲਤ ਹੈ। ਖੇਡਾਂ ਜਿੱਥੇ ਸਾਡੇ ਮਨੋਰੰਜਨ ਦਾ ਸਾਧਨ ਹਨ, ਉੱਥੇ ਇੱਕ ਲਾਭਦਾਇਕ ਕਸਰਤ ਵੀ ਹਨ। ਕਿਸੇ ਨਾ ਅਗਲੇਰੀ ਪੜ੍ਹਾਈ ਲਈ, ਦਾਖਲੇ ਅਤੇ ਨੌਕਰੀਆਂ ਲੈਣ ਲਈ ਪੜ੍ਹਾਈ ਦੇ ਨਾਲ-ਨਾਲ ਉਮੀਦਵਾਰ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਦੇ ਅੰਕ ਵੀ ਲਾਏ ਜਾਂਦੇ ਹਨ। ਮੈਂ ਤੈਨੂੰ ਇਹ ਸਲਾਹ ਦਿੰਦੀ ਹਾਂ ਕਿ ਤੈਨੂੰ ਵੀ ਜ਼ਰੂਰ ਕਿਸੇ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੈਂ ਆਸ ਕਰਦੀ ਹਾਂ ਕਿ ਤੂੰ ਪੜ੍ਹਾਈ ਵਾਂਗ ਹੀ ਖੇਡਾਂ ਵੱਲ ਵੀ ਲੋੜੀਂਦਾ ਧਿਆਨ ਦੇਵੇਂਗੀ। ਮੰਮੀ ਅਤੇ ਡੈਡੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤਾਂ ਇੱਥੋਂ ਤੱਕ ਬੇਟਾ ਇਸ ਪੱਤਰ ਦਾ ਵਿਚਕਾਰਲਾ ਹਿੱਸਾ ਸੀ। ਉਸ ਤੋਂ ਬਾਅਦ ਆਖਰੀ ਸ਼ਬਦ ਨੇ ਤੇਰੀ ਸਹੇਲੀ, ਫਿਰ ਅਸੀਂ ਆਪਣਾ ਨਾਮ ਲਿਖਾਂਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਫਿਰ ਪਤਾ ਹੈ ਜਿਹੜਾ ਉਹ ਇੱਕ ਟਿਕਟ ਬਣਾ ਕੇ, ਇੱਕ ਬਕਸਾ ਬਣਾ ਕੇ ਉਹਦੇ ਵਿੱਚ ਲਿਖਾਂਗੇ। ਉਹਦੇ ਵਿੱਚ ਅਸੀਂ ਨਾਮ, ਪਿੰਡ ਤੇ ਜ਼ਿਲ੍ਹਾ ਜਿਹੜਾ
ਉਹ ਲਿਖਾਂਗੇ ਤੇ ਪਿੰਨ ਕੋਡ ਹੈ ਜਿਹੜਾ ਉਹ ਲਿਖਾਂਗੇ। ਤਾਂ ਇਹ ਬੇਟਾ ਆਪਣਾ ਪੱਤਰ ਸੀ। ਤੁਸੀਂ ਇਸ ਦੇ ਵਿੱਚ ਆਪਣੇ ਵੱਲੋਂ ਕੋਈ ਵੀ ਹੋਰ ਗੱਲ ਹੈ ਜਿਹੜੀ ਉਹਨੂੰ ਵੀ ਜੋੜ ਸਕਦੇ ਹੋ, ਵੀ ਚਾਹੋ ਤਾਂ ਗੱਲ ਨੂੰ ਕੱਟ ਵੀ ਸਕਦੇ ਹੋ, ਇਹ ਤੁਹਾਡੀ ਕਲਪਨਾ ਹੈ। ਪਰ ਪੱਤਰ ਦੀ ਬਣਤਰ ਇਸ ਤਰ੍ਹਾਂ ਦੀ ਹੀ ਹੋਣੀ ਜ਼ਰੂਰੀ ਹੈ, ਇਸ ਤਰ੍ਹਾਂ ਦੀ ਹੀ ਹੋਣੀ ਚਾਹੀਦੀ ਹੈ। ਇਸ ਪੱਤਰ ਤੋਂ ਬਾਅਦ ਸਾਡਾ ਦੂਸਰਾ ਪੱਤਰ ਹੈ, ਰਿਸ਼ਤੇਦਾਰ ਮਿੱਤਰ ਦੇ ਘਰ ਕਿਸੇ ਵਿਅਕਤੀ ਦੀ ਮੌਤ ਤੇ ਅਫਸੋਸ ਪੱਤਰ। ਤਾਂ ਇਹਦੇ ਵਿੱਚ ਅਸੀਂ ਅਫਸੋਸ ਪ੍ਰਗਟ ਕਰਨਾ ਹੈ। ਉਵੇਂ ਹੀ ਬੇਟਾ ਅਸੀਂ ਪਹਿਲਾਂ ਆਪਣਾ ਪਤਾ ਲਿਖਾਂਗੇ, ਜੋ ਪ੍ਰੀਖਿਆ ਭਵਨ ਤੋਂ ਵੱਖਰਾ ਹੋ ਸਕਦਾ ਹੈ, ਕਾਲਪਨਿਕ ਹੋ ਸਕਦਾ ਹੈ। ਜਿਵੇਂ ਇਸ ਪੱਤਰ ਦੇ ਵਿੱਚ ਲਿਖਿਆ ਹੈ ਅਸੀਂ ਗਾਰਡਨ ਕਲੋਨੀ ਲੁਧਿਆਣਾ ਡੰਡੀ। ਉਸ ਤੋਂ ਬਾਅਦ ਅਸੀਂ ਮਿਤੀ ਲਿਖੀ ਹੈ, ਮਿਤੀ ਉਸੇ ਤਰ੍ਹਾਂ ਜਿਸ ਦੇ ਵਿੱਚ ਮਹੀਨੇ ਦਾ ਪੂਰਾ ਨਾਂ 21 ਅਪ੍ਰੈਲ 2020। ਤਾਂ ਅੱਗੇ ਬੇਟਾ ਸੰਬੋਧਨੀ ਸ਼ਬਦ ਨੇ ਸਤਿਕਾਰਯੋਗ ਚਾਚਾ ਜੀ, ਫਿਰ ਸ਼ਿਸ਼ਟਾਚਾਰ ਵਾਲੇ ਸ਼ਬਦ ਸਤਿ ਸ੍ਰੀ ਅਕਾਲ। ਇਹ ਪਹਿਲਾ ਹਿੱਸਾ ਸੀ। ਇਹਦੇ ਵਿੱਚ ਧਿਆਨ ਦੇਣਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਵਿਸ਼ਰਾਮ ਚਿੰਨ੍ਹ ਦੀ ਗਲਤੀ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਮੱਧ ਵਾਲੇ ਹਿੱਸੇ ਦੇ ਵਿੱਚ ਆਪਣੀਆਂ ਭਾਵਨਾਵਾਂ ਨੇ। ਤਾਂ ਇਹ ਇੱਕ ਗੰਭੀਰ ਪੱਤਰ ਹੈ, ਤਾਂ ਉਸ ਤਰ੍ਹਾਂ ਨਾਲ ਸਾਡੀ ਬੋਲੀ ਸ਼ੈਲੀ ਤੇ ਭਾਵਨਾ ਹੈ ਜਿਹੜੀ ਉਹ ਵੀ ਗੰਭੀਰ ਹੋਣੀ ਚਾਹੀਦੀ ਹੈ। ਪਿਆਰੀ ਚਾਚੀ ਜੀ ਦੇ ਸਵਰਗਵਾਸ ਹੋਣ ਦੀ ਖਬਰ ਸੁਣ ਕੇ ਮੇਰੇ ਤਾਂ ਰੌਂਗਟੇ ਖੜੇ ਹੋਏ, ਅੱਖਾਂ ਛਲਕ ਪਈਆਂ ਤੇ ਹੰਝੂਆਂ ਦੀ ਝੜੀ ਲੱਗ ਗਈ। ਉਹਨਾਂ ਦੀਆਂ ਪਿਆਰ ਭਰੀਆਂ ਗੱਲਾਂ ਯਾਦ ਕਰਕੇ ਕਿਵੇਂ ਮੈਨੂੰ ਆਪਣਤ ਨਾਲ ਮਿਲਦੇ, ਲੱਖ ਲੱਖ ਖਾਤਰਾਂ ਕਰਦੇ ਨਾ ਥੱਕਦੇ, ਜਿਵੇਂ ਮੈਂ ਉਹਨਾਂ ਦੀ ਕੁੱਖੋਂ ਜਾਈ ਧੀ ਹੋਵਾਂ। ਉਦਾਸੀ ਜਿਹੀ ਛਾ ਜਾਂਦੀ ਹੈ, ਕੁਝ ਕਰਨ ਨੂੰ ਜੀ ਨਹੀਂ ਕਰਦਾ, ਚਾਰ ਚੁਫੇਰਾ ਸਖਣਾ ਸਖਣਾ ਲੱਗਦਾ ਹੈ। ਮੇਰਾ ਮਨ ਡੋਲ ਜਾਂਦਾ ਹੈ ਜਦੋਂ ਮੈਂ ਸੋਚਦੀ ਹਾਂ ਕਿ ਇਹ ਘੋਰ ਅਨਿਆਂ ਹੋਇਆ ਹੈ। ਪਰਮਾਤਮਾ ਨੇ ਬੜੀ ਡਾਢੀ ਕੀਤੀ ਹੈ, ਪਰ ਉਸ ਅੱਗੇ ਕਿਸ ਦਾ ਜ਼ੋਰ ਚੱਲਿਆ ਹੈ। ਸਤਿਕਾਰਯੋਗ ਚਾਚਾ ਜੀ, ਇਹ ਦੁੱਖ ਅਭੁੱਲ ਹੈ, ਇਹ ਘਾਟਾ ਪੂਰਾ ਨਹੀਂ ਹੋ ਸਕਦਾ। ਪਰ ਕਹਿੰਦੇ ਹਨ ਨਾ ਕਿ ਚੰਗੇ ਬੰਦਿਆਂ ਦੀ ਇੱਥੇ ਵੀ ਲੋੜ ਹੈ ਤੇ ਉੱਥੇ ਵੀ। ਅਸੀਂ ਕਹਿੰਦੇ ਹਾਂ ਕਿ ਇਹ ਜੱਗ ਚੱਲਣਹਾਰ ਹੈ, ਨਾ ਇੱਥੇ ਕੋਈ ਸਦਾ ਰਿਹਾ ਹੈ ਤੇ ਨਾ ਹੀ ਰਹੇਗਾ। ਹਰੇਕ ਨੇ ਆਪਣੀ ਵਾਰੀ ਤੇ ਜਾਣਾ ਹੈ, ਪਰ ਜੇਕਰ ਕੋਈ ਆਪਣੀ ਉਮਰ ਸਿਰ ਥਾਂ ਹੰਢਾ ਕੇ ਜਾਵੇ ਤਾਂ ਦੁੱਖ ਘੱਟ ਹੁੰਦਾ ਹੈ। ਪਰ ਅੱਧ ਵੱਟਿਓਂ ਟੁੱਟੀਆਂ ਤੰਦਾਂ ਬਹੁਤ ਤੜਫਾਉਂਦੀਆਂ ਹਨ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਚਾਚੀ ਜੀ ਦੀ ਆਤਮਾ ਨੂੰ ਸੁਰਗਾਂ ਵਿੱਚ ਵਾਸਾ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤਾਂ ਇਹ ਬੇਟਾ ਆਪਣੇ ਪੱਤਰ ਦਾ ਵਿਚਕਾਰਲਾ ਹਿੱਸਾ ਸੀ। ਹੁਣ ਪੱਤਰ ਦਾ ਆਖਰੀ ਹਿੱਸਾ, ਅੰਤਿਮ ਸ਼ਬਦ, ਆਪ ਜੀ ਦੀ ਭਤੀਜੀ ਤੇ ਹੇਠਾਂ ਆਪਣਾ ਨਾਮ। ਤਾਂ ਬੇਟਾ ਇਹ ਸਾਡਾ ਦੂਸਰਾ ਪੱਤਰ ਸੀ। ਤਾਂ ਇਹ ਦੋਨੇ ਪੱਤਰ ਕਿਵੇਂ ਲਿਖਣੇ ਨੇ ਜਾਂ ਕੀ ਲਿਖਿਆ ਜਾ ਸਕਦਾ ਹੈ, ਇਹ ਮੈਂ ਦੱਸਣ ਦਾ ਯਤਨ ਕੀਤਾ। ਤਾਂ ਹੋ ਸਕਦਾ ਹੈ ਤੁਹਾਡੇ ਮਨ ਦੇ ਵਿੱਚ ਹੋਰ ਵੀ ਵਿਚਾਰ ਹੋਣ, ਤੁਸੀਂ ਆਪਣੇ ਵਿਚਾਰਾਂ ਨੂੰ ਵੀ ਇਸ ਪੱਤਰ ਦੇ ਵਿੱਚ ਪੇਸ਼ ਕਰ ਸਕਦੇ ਹੋ। ਇਹ ਪੱਤਰ ਨਿੱਜੀ ਹੋਣ ਕਰਕੇ ਲੰਬਾ ਵੀ ਹੋ ਸਕਦਾ ਹੈ,
ਅਸੀਂ ਹੋਰ ਆਪਣੀਆਂ ਭਾਵਨਾਵਾਂ ਹੈ ਜਿਹੜੀਆਂ ਉਹਨਾਂ ਨੂੰ ਵੀ ਬਿਆਨ ਕਰ ਸਕਦੇ ਹਾਂ। ਪਰੰਤੂ ਹਰ ਪੱਤਰ ਦਾ ਜਿਹੜਾ ਹਿੱਸਾ ਆਰੰਭਿਕ, ਵਿਚਕਾਰਲਾ ਤੇ ਅੰਤਿਮ ਹਿੱਸਾ, ਉਸ ਦੀ ਬਣਤਰ ਵੱਲ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਪੱਤਰ ਰਚਨਾ ਬਾਰੇ ਚੰਗੀ ਤਰ੍ਹਾਂ ਦੇ ਨਾਲ ਪਤਾ ਲੱਗ ਗਿਆ ਹੋਣਾ। ਹੁਣ ਕੋਈ ਵੀ ਪੱਤਰ ਆਵੇ, ਤੁਹਾਨੂੰ ਪੇਪਰ ਦੇ ਵਿੱਚ ਕੋਈ ਵੀ ਪੱਤਰ ਪੁੱਛਿਆ ਜਾਵੇ, ਤੁਸੀਂ ਆਪਣੀ ਕਲਪਨਾ ਦੀ ਸਹਾਇਤਾ ਦੇ ਨਾਲ ਤੇ ਇਹਨਾਂ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਸਾਨੀ ਦੇ ਨਾਲ ਪੱਤਰ ਹੈ ਜਿਹੜਾ ਉਹ ਲਿਖ ਸਕਦੇ।